हेलो स्टूडेंट्स, वेलकम टू हिस्ट्री क्लास। ਅੱਜ ਅਸੀਂ ਨਵਾਂ ਕੁਐਸਚਨ ਸ਼ੁਰੂ ਕਰਾਂਗੇ। ਅੱਜ ਦਾ ਸਾਡਾ ਕੁਐਸਚਨ ਹੈ ਅਲੀਗੜ੍ਹ ਅੰਦੋਲਨ ਤੇ ਇੱਕ ਵਿਸਤ੍ਰਿਤ ਨੋਟ ਜਾਂ ਲੇਖ ਲਿਖੋ। ਇਹ ਕੁਐਸਚਨ 2018 ਦੇ ਵਿੱਚ ਇਸ ਰੂਪ ਵਿੱਚ ਵੀ ਪੁੱਛਿਆ ਗਿਆ ਸੀ ਕਿ ਸਰ ਸੈयद ਅਹਿਮਦ ਖਾਨ ਦੇ ਜੀਵਨ ਦਾ ਵਰਣਨ ਕਰੋ। ਉਹਨਾਂ ਦੇ ਦੁਆਰਾ ਮੁਸਲਿਮ ਸਮਾਜ ਵਿੱਚ ਲਿਆਏ ਗਏ ਸੁਧਾਰਾਂ ਵਿੱਚ ਅਹਿਮਦ ਖਾਨ ਦੇ ਯੋਗਦਾਨ ਦੀ ਸੰਖੇਪ ਚਰਚਾ ਕਰੋ। ਸ਼ੁਰੂ ਕਰਦੇ ਹਾਂ। ਅੱਜ ਇਸ ਕੁਐਸਚਨ ਨੂੰ ਮੈਂ ਪੂਰਾ ਕਰ ਦਿਆਂਗਾ। क्लास जरूर लंबी रहेगी परंतु ये क्वेश्चन पूरा हो जाएगा। अलीगढ़ अंदोलन 19वीं सदी विच मुसलमानों की समाजिक ਅਤੇ धार्मिक स्थिति विच सुधार लियाउण ਦੇ उद्देश्य नाल अनेक सुधार अंदोलन चले। इन्हां अंदोलनां विच सब तो महत्वपूर्ण स्थान अलीगढ़ अंदोलन नूं प्राप्त है। इस अंदोलन के संस्थापक सर सैयद अहमद खान सन। सर सैयद अहमद खान ने मुसलमानों ਨੂੰ ਇੱਕ ਨਵੀਂ ਦਿਸ਼ਾ ਦਿਖਾਉਣ ਅਤੇ ਉਹਨਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਵਿੱਚ ਸਾਲਾਨਾ ਯੋਗਦਾਨ ਦਿੱਤਾ। ਇਸ ਸੰਬੰਧ ਵਿੱਚ ਉਹਨਾਂ ਨੇ ਅਲੀਗੜ੍ਹ ਅੰਦੋਲਨ ਦੀ ਨੀਂਹ ਰੱਖੀ। ਸਭ ਤੋਂ ਪਹਿਲਾਂ ਅਸੀਂ ਸਰ ਸੈयद ਅਹਿਮਦ ਖਾਨ ਦੇ ਜੀਵਨ ਦੀ ਚਰਚਾ ਕਰਾਂਗੇ। ਸਰ ਸੈयद ਅਹਿਮਦ ਖਾਨ ਦਾ ਜਨਮ 17 ਅਕਤੂਬਰ 1817 ਈਸਵੀ ਵਿੱਚ ਦਿੱਲੀ ਵਿਖੇ ਹੋਇਆ। ਉਹ ਇੱਕ ਉੱਚੇ ਵੰਸ਼ ਤੋਂ ਸੰਬੰਧਿਤ ਸਨ। ਉਹਨਾਂ ਦੇ ਪਿਤਾ ਜੀ ਦਾ ਨਾਂ ਸੈयद ਮੁਹੰਮਦ ਮੁਤਾਕੀ ਅਤੇ ਮਾਤਾ ਜੀ ਦਾ ਨਾਂ ਅਜੀਜ਼ੁਨ ਨੀਸਾ ਬੇਗਮ ਸੀ। ਇਹਨਾਂ ਦੇ ਪੂਰਵਜ ਮੁਗਲ ਦਰਬਾਰ ਵਿੱਚ ਉੱਚੇ ਅਹੁਦਿਆਂ 'ਤੇ ਨਿਯੁਕਤ ਸਨ। 1836 ਈਸਵੀ ਵਿੱਚ ਸੈयद ਅਹਿਮਦ ਖਾਨ ਦਾ ਵਿਆਹ ਪਾਰਸਾ ਬੇਗਮ ਨਾਲ ਹੋਇਆ। ਜਦੋਂ ਉਹ 22 ਸਾਲ ਦੇ ਹੋਏ ਤੇ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਸਿੱਟੇ ਵਜੋਂ ਪਰਿਵਾਰ ਦੇ ਭਰਨ ਪੋਸ਼ਣ ਦਾ ਭਾਰ ਉਹਨਾਂ ਦੇ ਕੰਧਿਆਂ 'ਤੇ ਆ ਗਿਆ ਅਤੇ ਉਹਨਾਂ ਨੇ ਅੰਗਰੇਜ਼ੀ ਸਰਕਾਰ ਦੀ ਨੌਕਰੀ ਕਰ ਲਈ। 1869 ਈਸਵੀ ਵਿੱਚ ਉਹ ਕੁਝ ਸਮੇਂ ਦੇ ਲਈ ਇੰਗਲੈਂਡ ਚਲੇ ਗਏ ਅਤੇ ਉੱਥੇ ਦੀ ਸੰਸਕ੍ਰਿਤੀ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। 1876 ਈਸਵੀ ਵਿੱਚ ਉਹ ਨੌਕਰੀ ਤੋਂ ਰਿਟਾਇਰ ਹੋ ਗਏ ਅਤੇ ਅਲੀਗੜ੍ਹ ਆ ਗਏ। ਇੱਥੇ ਉਹਨਾਂ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੇ ਲਈ ਤਹਿਜ਼ੀਬ ਉਲ ਅਖਲਾਕ ਨਾਂ ਦਾ ਇੱਕ ਸਮਾਚਾਰ ਪੱਤਰ ਸ਼ੁਰੂ ਕੀਤਾ। 1888 ਈਸਵੀ ਵਿੱਚ ਇਹਨਾਂ ਨੂੰ ਬ੍ਰਿਟਿਸ਼ ਸਰਕਾਰ ਦੇ ਦੁਆਰਾ ਸਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। 27 ਮਾਰਚ 1898 ਈਸਵੀ ਨੂੰ ਇਹਨਾਂ ਦਾ ਨਿਧਨ ਜਾਂ ਮੌਤ ਹੋ ਗਈ। ਮੁਸਲਿਮ ਸਮਾਜ ਦੀ ਸਥਿਤੀ। ਸਰ ਸੈयद ਅਹਿਮਦ ਖਾਨ ਦੀ ਸਫਲਤਾਵਾਂ ਦੇ ਬਾਰੇ ਵਿੱਚ ਠੀਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਸ ਸਮੇਂ ਮੁਸਲਿਮ ਸਮਾਜ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ। ਉਸ ਸਮੇਂ ਮੁਸਲਿਮ ਸਮਾਜ ਵਿੱਚ ਅਨੇਕ ਅੰਧ ਵਿਸ਼ਵਾਸ ਪ੍ਰਚਲਿਤ ਸਨ। ਲੋਕਾਂ ਦਾ ਨੈਤਿਕ ਸਤਰ ਬਹੁਤ ਗਿਰ ਚੁੱਕਿਆ ਸੀ। ਉਹਨਾਂ ਵਿੱਚ ਇਮਾਨਦਾਰੀ ਦੀ ਭਾਵਨਾ ਬਿਲਕੁਲ ਹੀ ਸਮਾਪਤ ਹੋ ਚੁੱਕੀ ਸੀ। ਧਰਮ ਕੇਵਲ ਬਾਹਰੀ ਦਿਖਾਵਾ ਬਣ ਕੇ ਰਹਿ ਗਿਆ ਸੀ। ਲੋਕ ਇੱਕ ਅੱਲਾਹ ਦੇ ਸਥਾਨ 'ਤੇ ਕਈ ਪੀਰਾਂ ਫਕੀਰਾਂ ਕਬਰਾਂ ਖਾਨਗਾਹਾਂ ਦਰਗਾਹਾਂ ਆਦਿ ਦੀ ਪੂਜਾ ਕਰਨ ਲੱਗ ਪਏ ਸਨ। ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਵੀ ਬੜੀ ਤਰਸਯੋਗ ਸੀ। ਉਹਨਾਂ ਨੂੰ ਕੇਵਲ ਭੋਗ ਵਿਲਾਸ ਦੀ ਇੱਕ ਵਸਤੂ ਸਮਝਿਆ ਜਾਂਦਾ ਸੀ। ਇੱਕ ਤੋਂ ਜ਼ਿਆਦਾ ਵਿਆਹ ਦੇ ਕਾਰਨ ਉਹਨਾਂ ਦੀ ਸਥਿਤੀ ਬੜੀ ਹੀ ਸੋਚਣਯੋਗ ਹੋ ਗਈ ਸੀ। ਤਲਾਕ ਦੀ ਪ੍ਰਥਾ ਆਮ ਸੀ। ਇਸ ਤੋਂ ਇਲਾਵਾ ਇਸਤਰੀਆਂ ਵਿੱਚ ਪਰਦਾ ਪ੍ਰਥਾ ਵੀ ਪ੍ਰਚਲਿਤ ਸੀ। ਸਮਾਜ ਦੇ ਜ਼ਿਆਦਾਤਰ ਵਿਅਕਤੀ ਅਨਪੜ੍ਹ ਸਨ।
ਇਸ ਲਈ ਉਹਨਾਂ ਦੀ ਪ੍ਰਗਤੀ ਦੇ ਸਾਰੇ ਰਸਤੇ ਲਗਭਗ ਬੰਦ ਹੀ ਸਨ। ਰਾਜਨੀਤਿਕ ਖੇਤਰ ਵਿੱਚ ਵੀ ਉਹਨਾਂ ਦਾ ਪ੍ਰਭਾਵ ਬਿਲਕੁਲ ਸਮਾਪਤ ਹੋ ਚੁੱਕਿਆ ਸੀ। ਇਸ ਤਰ੍ਹਾਂ ਮੁਸਲਮਾਨ ਜੀਵਨ ਦੇ ਹਰ ਪੱਖ ਵਿੱਚ ਪਿਛੜੇ ਹੋਏ ਸਨ। ਇਸ ਪਿਛੜੇਪਨ ਨੂੰ ਸਰ ਸੈयद ਅਹਿਮਦ ਖਾਨ ਨੇ ਹੀ ਅੱਗੇ ਚੱਲ ਕੇ ਦੂਰ ਕੀਤਾ ਸੀ। ਅਗਲਾ ਅਸੀਂ ਪੁਆਇੰਟ ਬਣਾਵਾਂਗੇ ਅਹਿਮਦ ਖਾਨ ਦੀਆਂ ਸਫਲਤਾਵਾਂ। ਸਰ ਸੈयद ਅਹਿਮਦ ਖਾਨ ਨੂੰ ਮੁਸਲਿਮ ਸਮਾਜ ਦੇ ਇੱਕ ਵੱਡੇ ਵਰਗ ਦੇ ਘੋਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਵਰਗ ਬੜਾ ਹੀ ਕੱਟੜ ਵਿਚਾਰਾਂ ਵਾਲਾ ਸੀ। ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਯਤਨ ਜਾਰੀ ਰੱਖੇ। ਉਹਨਾਂ ਨੇ ਜੋ ਸਫਲਤਾਵਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਅਸੀਂ ਕੁਝ ਛੋਟੇ ਪੁਆਇੰਟ ਦੇ ਵਿੱਚ ਸਮਝਾਂਗੇ, ਜਿਨ੍ਹਾਂ ਵਿੱਚ ਪਹਿਲਾ ਪੁਆਇੰਟ ਸਾਡਾ ਬਣੂਗਾ ਸਮਾਜਿਕ ਖੇਤਰ ਦੇ ਵਿੱਚ ਸਫਲਤਾਵਾਂ। ਸਰ ਸੈयद ਅਹਿਮਦ ਖਾਨ ਮੁਸਲਿਮ ਸਮਾਜ ਨੂੰ ਇੱਕ ਨਵਾਂ ਰੂਪ ਦੇਣਾ ਚਾਹੁੰਦੇ ਸਨ। ਉਹਨਾਂ ਨੇ ਕਿਹਾ ਕਿ ਖੁਸ਼ਹਾਲ ਸਮਾਜ ਦੇ ਲਈ ਇਸਤਰੀਆਂ ਅਤੇ ਪੁਰਸ਼ਾਂ ਦਾ ਇੱਕੋ ਜਿਹਾ ਸਨਮਾਨ ਹੋਣਾ ਚਾਹੀਦਾ ਹੈ। ਉਹਨਾਂ ਨੇ ਬਹੁ ਵਿਆਹ ਦਾ ਕੜਾ ਵਿਰੋਧ ਕੀਤਾ। ਉਹਨਾਂ ਨੇ ਇਸ ਨੂੰ ਇਸਲਾਮ ਦੇ ਨਾਂ 'ਤੇ ਇੱਕ ਦਾਗ ਦੱਸਿਆ। ਇਹ ਅਲੱਗ ਗੱਲ ਹੈ ਕਿ ਫਿਰ ਵੀ ਮੁਸਲਿਮ ਸਮਾਜ ਦੇ ਵਿੱਚ ਅਨੇਕ ਵਿਆਹ ਕੀਤੇ ਜਾਂਦੇ ਹਨ। ਉਹਨਾਂ ਨੇ ਤਲਾਕ ਪ੍ਰਥਾ ਨੂੰ ਇਸਤਰੀਆਂ ਨਾਲ ਕੀਤਾ ਜਾ ਰਿਹਾ ਘੋਰ ਅਨਿਆਂ ਦੱਸਿਆ। ਇਸ ਲਈ ਉਹਨਾਂ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ। ਉਹਨਾਂ ਨੇ ਸਮਾਜ ਵਿੱਚ ਪ੍ਰਚਲਿਤ ਪਰਦਾ ਪ੍ਰਥਾ ਦਾ ਵੀ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਇਹ ਪ੍ਰਥਾ ਮੁਸਲਿਮ ਇਸਤਰੀਆਂ ਦੁਆਰਾ ਨਵੇਂ ਵਿਚਾਰਾਂ ਨੂੰ ਅਪਣਾਉਣ ਵਿੱਚ ਇੱਕ ਮੁੱਖ ਰੁਕਾਵਟ ਸੀ। ਉਹਨਾਂ ਨੇ ਸਮਾਜ ਵਿੱਚ ਪ੍ਰਚਲਿਤ ਗੁਲਾਮੀ ਦੀ ਪ੍ਰਥਾ ਨੂੰ ਪਸੰਦ ਨਹੀਂ ਕੀਤਾ। ਉਹਨਾਂ ਨੇ ਸਾਰੇ ਮਨੁੱਖਾਂ ਨੂੰ ਇੱਕੋ ਬਰਾਬਰ ਦੱਸਿਆ ਅਤੇ ਆਪਸੀ ਭਾਈਚਾਰੇ ਨੂੰ ਪ੍ਰੋਤਸਾਹਿਤ ਕੀਤਾ। ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਤਹਿਜੀਬ ਉਲ ਅਖਲਾਕ ਨਾਂ ਦਾ ਸਮਾਚਾਰ ਪੱਤਰ ਸ਼ੁਰੂ ਕੀਤਾ। ਇਹ ਸਮਾਚਾਰ ਪੱਤਰ ਲੋਕਾਂ ਵਿੱਚ ਨਵੀਂ ਜਾਗ੍ਰਿਤੀ ਲਿਆਉਣ ਦੇ ਵਿੱਚ ਬਹੁਤ ਹੀ ਮਦਦਗਾਰ ਸਿੱਧ ਹੋਇਆ। ਸਰ ਸੈयद ਅਹਿਮਦ ਖਾਨ ਦੀ ਅਗਲੀ ਸਫਲਤਾਵਾਂ ਹਨ ਧਾਰਮਿਕ ਖੇਤਰ ਵਿੱਚ ਸਫਲਤਾਵਾਂ। ਸਰ ਸੈयद ਅਹਿਮਦ ਖਾਨ ਨੇ ਮੁਸਲਿਮ ਸਮਾਜ ਵਿੱਚ ਪ੍ਰਚਲਿਤ ਧਾਰਮਿਕ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਬਹੁਤ ਪ੍ਰਭਾਵਸ਼ਾਲੀ ਕਦਮ ਚੁੱਕੇ। ਉਹਨਾਂ ਨੇ ਮੁਸਲਮਾਨਾਂ ਨੂੰ ਇੱਕ ਅੱਲਾ 'ਤੇ ਵਿਸ਼ਵਾਸ ਰੱਖਣ ਦੇ ਲਈ ਕਿਹਾ। ਉਹਨਾਂ ਨੇ ਮੁਸਲਮਾਨਾਂ ਦੁਆਰਾ ਕੀਤੀ ਜਾ ਰਹੀ ਪੀਰਾਂ, ਫਕੀਰਾਂ ਅਤੇ ਕਬਰਾਂ ਆਦਿ ਦੀ ਪੂਜਾ ਦੀ ਆਲੋਚਨਾ ਕੀਤੀ। ਉਹਨਾਂ ਨੇ ਸਮਾਜ ਨੂੰ ਅੰਧ ਵਿਸ਼ਵਾਸਾਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ। ਉਹ ਜਾਦੂ ਟੋਣੇ ਅਤੇ ਚਮਤਕਾਰਾਂ ਦੇ ਬਿਲਕੁਲ ਵਿਰੁੱਧ ਸਨ। ਉਹ ਧਾਰਮਿਕ ਸਹਿਨਸ਼ੀਲਤਾ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਜਿਹਾਦ ਯਾਨੀ ਧਾਰਮਿਕ ਯੁੱਧ ਦੇ ਪੱਖ ਵਿੱਚ ਬਿਲਕੁਲ ਵੀ ਨਹੀਂ ਸਨ। ਉਹ ਕੁਰਾਨ ਨੂੰ ਅੱਲਾ ਵੱਲੋਂ ਮਿਲਿਆ ਹੋਇਆ ਗਿਆਨ ਦੱਸਦੇ ਸਨ। ਇਸ ਲਈ ਉਹਨਾਂ ਨੇ ਮੁਸਲਮਾਨਾਂ ਨੂੰ ਕੁਰਾਨ ਵਿੱਚ ਵਿਸ਼ਵਾਸ ਰੱਖਣ ਦੇ ਲਈ ਕਿਹਾ। ਅਗਲਾ ਪੁਆਇੰਟ ਹੈ ਸਿੱਖਿਆ ਦੇ ਖੇਤਰ ਵਿੱਚ ਸਫਲਤਾਵਾਂ। ਸਰ ਸੈयद ਅਹਿਮਦ ਖਾਨ ਨੇ ਮੁਸਲਿਮ ਸਮਾਜ ਵਿੱਚ ਫੈਲੀ ਅਨਪੜ੍ਹਤਾ ਨੂੰ ਦੂਰ ਕਰਨ ਦੇ ਲਈ ਅਨੇਕ ਪ੍ਰਯਤਨ ਕੀਤੇ। ਉਹ ਧਾਰਮਿਕ ਸਿੱਖਿਆ ਦੇ ਸਥਾਨ 'ਤੇ ਪੱਛਮੀ ਸਿੱਖਿਆ ਦੇਣ ਦੇ ਸਮਰਥਕ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਪੱਛਮੀ ਜਾਂ ਪਾਸ਼ਚਾਤ ਸਿੱਖਿਆ ਦੇ ਦੁਆਰਾ ਹੀ ਮੁਸਲਮਾਨਾਂ ਦੇ ਧਾਰਮਿਕ ਅਤੇ ਸਮਾਜਿਕ ਜੀਵਨ ਦੇ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ। ਉਹਨਾਂ ਨੇ ਪੱਛਮੀ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਦੇ ਲਈ ਅਨੇਕ ਨਗਰਾਂ ਵਿੱਚ ਸਕੂਲ ਖੁੱਲ੍ਹਵਾਏ। ਉਹਨਾਂ ਨੇ ਇਸਤਰੀ ਸਿੱਖਿਆ ਦਾ ਵੀ ਸਮਰਥਨ ਕੀਤਾ। 1864 ਈਸਵੀ ਵਿੱਚ ਸਰ ਸੈयद ਅਹਿਮਦ ਖਾਨ ਨੇ ਵਿਗਿਆਨ ਦੇ ਗ੍ਰੰਥਾਂ ਦਾ ਉਰਦੂ ਭਾਸ਼ਾ ਵਿੱਚ ਅਨੁਵਾਦ ਕਰਾਉਣ ਦੇ ਲਈ
ਵਿਗਿਆਨਿਕ ਸਮਿਤੀ ਦੀ ਅਲੀਗੜ੍ਹ ਵਿੱਚ ਸਥਾਪਨਾ ਕੀਤੀ। ਉਹਨਾਂ ਨੇ 1875 ਈਸਵੀ ਵਿੱਚ ਅਲੀਗੜ੍ਹ ਵਿੱਚ ਮੁਹੰਮਡਨ ਐਂਗਲੋ ਓਰੀਐਂਟਲ ਸਕੂਲ ਦੀ ਸਥਾਪਨਾ ਕੀਤੀ। ਉਹਨਾਂ ਨੇ 1877 ਈਸਵੀ ਵਿੱਚ ਅਲੀਗੜ੍ਹ ਵਿੱਚ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦੀ ਨੀਂਹ ਰੱਖੀ। ਬਾਅਦ ਵਿੱਚ ਇਹ ਕਾਲਜ 1920 ਈਸਵੀ ਦੇ ਵਿੱਚ ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲਿਆ ਦੇ ਵਿੱਚ ਬਦਲ ਗਿਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਰ ਸੈਯਦ ਅਹਿਮਦ ਖਾਨ ਮੁਸਲਿਮ ਸਮਾਜ ਨੂੰ ਇੱਕ ਨਵਾਂ ਰੂਪ ਦੇਣ ਵਿੱਚ ਸਫਲ ਹੋਏ। ਉਹਨਾਂ ਦੇ ਯਤਨਾਂ ਦੇ ਕਾਰਨ ਮੁਸਲਿਮ ਵਰਗ ਨੇ ਅੰਧ ਵਿਸ਼ਵਾਸਾਂ ਨੂੰ ਛੱਡਿਆ ਅਤੇ ਨਵੀਂ ਸਿੱਖਿਆ ਪ੍ਰਾਪਤ ਕੀਤੀ। ਉਹ ਅੰਗਰੇਜ਼ਾਂ ਵਿੱਚ ਜੋ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਪਾਈ ਜਾਂਦੀ ਸੀ, ਉਸ ਨੂੰ ਦੂਰ ਕਰਨ ਵਿੱਚ ਸਹਾਇਕ ਸਿੱਧ ਹੋਏ। ਅੰਗਰੇਜ਼ ਇੱਕ ਵਾਰ ਫਿਰ ਮੁਸਲਮਾਨਾਂ ਨੂੰ ਆਪਣਾ ਸਹਿਯੋਗ ਦੇਣ ਲੱਗ ਪਏ। ਸਰ ਸੈਯਦ ਅਹਿਮਦ ਖਾਨ ਦੇ ਯਤਨਾਂ ਦੇ ਸਿੱਟੇ ਵਜੋਂ ਮੁਸਲਿਮ ਸਮਾਜ ਵਿੱਚ ਇੱਕ ਨਵੀਂ ਚੇਤਨਾ ਦਾ ਵਿਕਾਸ ਹੋਇਆ। ਇਤਿਹਾਸਕਾਰ W.C. ਸਮਿਥ ਦੇ ਅਨੁਸਾਰ ਇਹਨਾਂ ਸਾਰੇ ਖੇਤਰਾਂ ਵਿੱਚ ਸਰ ਸੈਯਦ ਅਹਿਮਦ ਖਾਨ ਦੇ ਕਾਰਜ ਬਹੁਤ ਹੀ ਪ੍ਰਭਾਵਸ਼ਾਲੀ ਸਨ। ਸਰ ਸੈਯਦ ਅਹਿਮਦ ਖਾਨ ਦੇ ਇਹਨਾਂ ਵਿਚਾਰਾਂ ਦਾ ਪ੍ਰਚਾਰ ਉਹਨਾਂ ਦੀ ਮੌਤ ਤੋਂ ਬਾਅਦ ਅਲੀਗੜ੍ਹ ਅੰਦੋਲਨ ਦੇ ਪ੍ਰਸਿੱਧ ਨੇਤਾਵਾਂ ਜਿਵੇਂ ਖੁਦਾ ਬਖਸ਼, ਮੌਲਵੀ ਨਜ਼ੀਰ ਅਹਿਮਦ, ਜ਼ਕਾਉ ਉੱਲਾ, ਸ਼ਿਬਲੀ ਨੋਮਾਨੀ, ਅਲਤਾਫ ਹੁਸੈਨ ਅਲੀ ਅਤੇ ਚਿਰਾਗ ਅਲੀ ਨੇ ਜਾਰੀ ਰੱਖਿਆ। ਇਹਨਾਂ ਯਤਨਾਂ ਦੇ ਕਾਰਨ ਹੀ ਅੱਗੇ ਚੱਲ ਕੇ 1906 ਈਸਵੀ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋਈ। ਇਸ ਮੁਸਲਿਮ ਲੀਗ ਨੇ ਸੰਪਰਦਾਇਕ ਭਾਵਨਾ ਦਾ ਜ਼ਹਿਰ ਸਮਾਜ ਵਿੱਚ ਘੋਲਿਆ, ਜਿਸ ਦੇ ਕਾਰਨ ਹੀ 1947 ਈਸਵੀ ਦੇ ਵਿੱਚ ਭਾਰਤ ਦਾ ਵਿਭਾਜਨ ਦੋ ਦੇਸ਼ਾਂ ਵਿੱਚ ਹੋਇਆ। ਸਟੂਡੈਂਟਸ, ਇਹ ਸੀ ਅਲੀਗੜ੍ਹ ਅੰਦੋਲਨ ਜਾਂ ਸਰ ਸੈਯਦ ਅਹਿਮਦ ਖਾਨ ਦੇ ਮੁਸਲਿਮ ਸਮਾਜ ਵਿੱਚ ਸੁਧਾਰ ਦੇ ਲਈ ਕੀਤੇ ਗਏ ਯੋਗਦਾਨਾਂ ਦਾ ਵਰਣਨ। ਇਹ ਕੁਐਸਚਨ ਮੈਂ ਅੱਜ ਪੂਰਾ ਕਰ ਦਿੱਤਾ ਹੈ। ਕਿਤਾਬ ਵਿੱਚ ਤੁਹਾਨੂੰ ਜ਼ਰੂਰ ਲੱਗਦਾ ਹੋਊਗਾ ਕਿ ਕੁਝ ਮੈਟਰ ਥੋੜ੍ਹਾ ਹੈ। ਜੇਕਰ ਤੁਸੀਂ ਚਾਹੋ ਤਾਂ ਕਿਸੇ ਹੋਰ ਬੁੱਕ ਦੀ ਮਦਦ ਲੈ ਕੇ ਵੀ ਇਸ ਪ੍ਰਸ਼ਨ ਨੂੰ ਵੱਡਾ ਕਰ ਸਕਦੀਆਂ ਹੋ, ਲੇਕਿਨ ਫਿਰ ਵੀ ਇਸ ਕਿਤਾਬ ਵਿੱਚ ਜਿਹੜੇ ਪੁਆਇੰਟ ਬਣਾਏ ਗਏ ਹਨ ਉਸ ਨੂੰ ਹੀ ਜੇਕਰ ਤੁਸੀਂ ਹੋਰ ਵੱਡਾ ਕਰਕੇ ਲਿਖ ਸਕਦੀਆਂ ਹੋ ਤਾਂ ਇਹ ਪ੍ਰਸ਼ਨ ਜਿਹੜਾ ਹੈ ਤੁਹਾਡਾ ਪੂਰਾ ਤਿਆਰ ਹੋ ਜਾਊਗਾ। ਵੈਸੇ ਇਹ ਪ੍ਰਸ਼ਨ ਆਸਾਨ ਬਹੁਤ ਹੈ ਅਤੇ ਆਉਣ ਵਾਲੀ ਕਲਾਸਾਂ ਵਿੱਚ ਜਿਹੜੇ ਪ੍ਰਸ਼ਨ ਅਸੀਂ ਕਰਾਂਗੇ ਇਸ ਯੂਨਿਟ ਦੇ ਉਹ ਵੀ ਸਾਰੇ ਇੱਕੋ ਜਿਹੋ ਜਿਹੇ ਹੀ ਲੱਗਦੇ ਹਨ। ਜੇਕਰ ਤੁਸੀਂ ਹੋਰ ਪ੍ਰਸ਼ਨਾਂ ਦੇ ਕੁਝ ਪੁਆਇੰਟਸ ਜਾਂ ਕੁਝ ਗੱਲਾਂ ਨੂੰ ਇਹਨਾਂ ਵਿੱਚ ਸ਼ਾਮਿਲ ਕਰਨਾ ਚਾਹੋ ਤਾਂ ਆਰਾਮ ਨਾਲ ਕਰ ਸਕਦੀਆਂ ਹੋ। ਬਿਲਕੁਲ ਸਿੰਪਲ ਪੁਆਇੰਟ ਹਨ, ਸਮਾਜਿਕ ਖੇਤਰ ਦੇ, ਧਾਰਮਿਕ ਦੇ, ਸਿੱਖਿਆ, ਮਹਿਲਾ ਦੀ ਸਿੱਖਿਆ, ਇਸ ਤਰ੍ਹਾਂ ਦੀ ਗੱਲਾਂ ਇਸ ਵਿੱਚ ਸ਼ਾਮਿਲ ਕਰਕੇ ਇਸ ਨੂੰ ਹੋਰ ਵੱਡਾ ਕੀਤਾ ਜਾ ਸਕਦਾ ਹੈ। ਅੱਜ ਦੇ ਲਈ ਇੰਨਾ ਹੀ। ਅਗਲੀ ਕਲਾਸ ਵਿੱਚ ਮੋਸਟ ਇੰਪੋਰਟੈਂਟ ਸ਼ੁਰੂ ਕਰਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।